ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹੀ ਨਾ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਵੋ, ਬਿਖਮ ਨਦੀ ਜਾਏ ਤਰਣੀ। ਵਾਹਿਗੁਰੂ ਸਾਹਿਬ ਜੀਓ, ਵਾਰਾਂ ਭਾਈ ਗੁਰਦਾਸ ਜੀ ਕੀਆਂ। ਵਾਰ 19ਵੀਂ ਪੌੜੀ ਤੀਸਰੀ। ਗੁਰਮੁਖ ਸੁਗੜ ਸੁਜਾਨ ਗੁਰ ਸਮਝਾਇਆ, ਮਹਿਮਾਣੀ ਮਹਿਮਾਨ ਮਜਲਸ ਆਇਆ। ਖਾਵਾਲੇ ਸੋ ਖਾਣ ਪੀਏ ਪਿਆਇਆ, ਕਰੇ ਨਾ ਗਰਬ ਗੁਮਾਨ ਹਸੈ ਹਸਾਇਆ। ਪਹੁਨੜਾ ਪਰਮਾਨ ਕਾਜ ਸੁਹਾਇਆ, ਮਜਲਸ ਕਰ ਹੈਰਾਨ ਉਠ ਸਿਧਾਇਆ। ਮਜਲਸ ਕਰ ਹੈਰਾਨ ਉਠ ਸਿਧਾਇਆ। ਜੁਗੋ ਜੁਗ ਅਟਲ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਵਿੱਚ ਜੁੜ ਬੈਠੇ ਗੁਰਮੁਖ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ ਵਡਭਾਗੇ ਹੋ। ਸਾਹਿਬਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕਰਕੇ ਸ਼ਾਮਾਂ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਅੰਮ੍ਰਿਤਮਈ ਪਾਵਨ ਬਾਣੀ ਦਾ ਕੀਰਤਨ ਸ਼ਰਵਣ ਕਰ ਰਹੇ ਸੀ ਤੇ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਸੀ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਉਚਾਰਨ ਕੀਤੀਆਂ ਵਾਰਾਂ ਦੀ ਲੜੀਵਾਰ ਕਥਾ ਵਿਚਾਰ ਵਿੱਚੋਂ 19ਵੀਂ ਵਾਰ ਦੀ ਤੀਸਰੀ ਪੌੜੀ ਦੇ ਪਾਠ ਨੂੰ ਆਪ ਜੀ ਨੇ ਸ਼ਰਵਣ ਕੀਤਾ ਹੈ। ਆਓ ਤਿਸ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਲਵਾਈਏ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਬਖਸ਼ਿਸ਼ ਕਰਦੇ ਹੋਏ ਕਹਿ ਰਹੇ ਨੇ, ਗੁਰਮੁਖ ਸੁਗੜ ਸੁਜਾਨ ਗੁਰ ਸਮਝਾਇਆ। ਗੁਰਮੁਖ ਗੁਰਾਂ ਦੇ ਸਮਝਾਏ ਹੋਣ ਕਰਕੇ ਚਤੁਰ ਤੇ ਸੁਜਾਨ ਬਿਰਤੀ ਵਾਲੇ ਹੁੰਦੇ ਨੇ। ਜ਼ਿੰਦਗੀ ਜਿਉਣ ਦਾ ਢੰਗ ਸੋਝੀ ਆਤਮਿਕ ਜੀਵਨ ਦਾ ਗਿਆਨ ਉਹਨਾਂ ਕੋਲ ਹੁੰਦਾ ਹੈ। ਉਹਨਾਂ ਨੇ ਇਹ ਸਮਝ ਗੁਰੂ ਦੇ ਕੋਲੋਂ ਹਾਸਲ ਕਰ ਲਈ ਹੈ ਵੀ ਇਨਸਾਨੀ ਜਾਮੇ ਦੇ ਵਿੱਚ ਰਹਿ ਕੇ ਇਨਸਾਨੀਅਤ ਕਿਵੇਂ ਕਮਾਉਣੀ ਹੈ, ਮਨੁੱਖ ਹੋ ਕੇ ਕਿਵੇਂ ਸੰਸਾਰ ਦੇ ਵਿੱਚ ਵਿਚਰਨਾ। ਉਹ ਗਿਆਨ ਹੋਣ ਕਰਕੇ ਆਤਮਿਕ ਜੀਵਨ ਦਾ ਇਸ ਜੀਵਨ ਨੂੰ ਬੜਾ ਕੀਮਤੀ ਤੇ ਦੁਰਲੱਭ ਸਮਝਦੇ ਨੇ। ਕੱਲ ਆਪਾਂ ਵਿਚਾਰ ਵੀ ਕੀਤੀ ਸੀ 84 ਲੱਖ ਜੂਨਾਂ ਦਾ ਜ਼ਿਕਰ ਜਦੋਂ ਭਾਈ ਸਾਹਿਬ ਜੀ ਨੇ ਕੀਤਾ, ਉਹਦੇ ਵਿੱਚੋਂ ਇਹ ਦੱਸਿਆ ਉਹਨਾਂ ਨੇ ਵੀ 84 ਲੱਖ ਜੂਨਾਂ ਮੰਨੀਆਂ ਗਈਆਂ ਨੇ, ਉਹਨਾਂ ਦੇ ਵਿੱਚੋਂ ਮਨੁੱਖੀ ਜਾਮਾ ਬੜਾ ਦੁਰਲੱਭ ਤੇ ਕੀਮਤੀ ਹੈ। ਤੇ ਜਿਹਦੇ ਕੋਲ ਗਿਆਨ ਹੈ, ਜਿਹਦੇ ਕੋਲ ਸੋਝੀ ਹੈ, ਉਹ ਇਸ ਕੀਮਤੀ ਹੀਰੇ ਵਰਗੇ ਜਨਮ ਨੂੰ ਕੌਡੀਆਂ ਦੇ ਬਦਲੇ ਨਹੀਂ ਗਵਾਉਂਦਾ। ਭਾਵ ਵਿਸ਼ੇ ਵਿਕਾਰਾਂ ਦੇ ਅਧੀਨ ਹੋ ਕੇ ਰਸਾਂ ਕਸਾਂ ਜਾਂ ਬੁਰਾਈਆਂ ਦੇ ਵਿੱਚ ਖਚਤ ਹੋ ਕੇ ਬਰਬਾਦ ਨਹੀਂ ਕਰਦਾ ਇਸ ਜੀਵਨ ਨੂੰ। ਵੈਸੇ ਅਗਿਆਨਤਾ ਇੱਕ ਐਸੀ ਚੀਜ਼ ਹੈ
ਜਿਹੜੀ ਮਨੁੱਖ ਨੂੰ ਆਤਮਿਕ ਜੀਵਨ ਦੀ ਸੋਝੀ ਨਹੀਂ ਹੋਣ ਦਿੰਦੀ, ਤੇ ਹੀਰੇ ਵਰਗਾ ਜਨਮ ਜਿਹੜਾ ਹੈ ਮਨੁੱਖ ਅਗਿਆਨਤਾ ਦੇ ਕਾਰਨ ਹੀ, ਭੈੜੀ ਮਤ ਦੇ ਕਾਰਨ ਹੀ ਵਿਸ਼ੇ ਵਿਕਾਰਾਂ ਦੇ ਵਿੱਚ, ਰਸਾਂ ਕਸਾਂ ਦੇ ਵਿੱਚ ਗਵਾ ਕੇ ਚਲਿਆ ਜਾਂਦਾ ਹੈ। ਤੇ ਅਗਿਆਨਤਾ ਦੇ ਕਾਰਨ ਹੀ ਮਨੁੱਖ ਰੱਸੀ ਨੂੰ ਸੱਪ ਸਮਝ ਬੈਠਦਾ ਹੈ। ਅੱਜ ਅਗਿਆਨਤਾ ਦੇ ਕਾਰਨ ਹੀ ਮਨੁੱਖ ਭਰਮ ਨੂੰ ਧਰਮ ਸਮਝ ਕੇ ਕਮਾਈ ਜਾ ਰਿਹਾ ਹੈ। ਵੇਖੋ ਕਿੱਡੀ ਵੱਡੀ ਅਗਿਆਨਤਾ ਸਾਡੇ ਦੇਸ਼ ਦੇ ਲੋਕਾਂ ਦੇ ਅੰਦਰ ਹੈ। ਪੜ੍ਹੇ ਲਿਖੇ ਲੋਕ ਵੀ ਇੱਕ ਪਸ਼ੂ ਦਾ ਮਲ ਮੂਤਰ ਉਸ ਨੂੰ ਧਰਮ ਨਾਲ ਜੋੜ ਕੇ ਲੋਕਾਂ ਨੂੰ ਪਲਾਈ ਤੇ ਖਵਾਈ ਤੁਰੇ ਜਾ ਰਹੇ ਨੇ। ਇਹ ਵੀ ਇੱਕ ਪ੍ਰਕਾਰ ਦੀ ਅਗਿਆਨਤਾ ਹੈ ਵੀ ਭਾਵੇਂ ਪਸ਼ੂ ਹੋਵੇ ਤੇ ਭਾਵੇਂ ਇਨਸਾਨ ਹੋਵੇ, ਉਹਦਾ ਜਿਹੜਾ ਭੋਜਨ ਜਦੋਂ ਪਚ ਕੇ ਬਾਹਰ ਨਿਕਲਦਾ ਹੈ ਉਹ ਜ਼ਹਿਰ ਹੁੰਦਾ ਹੈ, ਉਹ ਵਿਸ਼ਟਾ ਹੁੰਦਾ ਹੈ। ਵਿਸ਼ੈਲੇ ਤੱਤ ਜਿਹੜੇ ਨੇ ਉਹ ਮਲ ਤੇ ਮੂਤਰ ਰਾਹੀਂ ਬਾਹਰ ਨਿਕਲਦੇ ਨੇ, ਪਰ ਉਹਨਾਂ ਨੇ ਉਸ ਨੂੰ ਵੀ ਪਵਿੱਤਰ ਸਮਝ ਕੇ ਉਹਦੇ ਨਾਲ ਵੀ ਧਰਮ ਜੋੜ ਕੇ ਲੋਕਾਂ ਨੂੰ ਪਿਲਾ ਰਹੇ ਨੇ। ਕੋਈ ਆਪਣੇ ਤਨ ਦੇ ਉੱਤੇ ਮਲੀ ਜਾ ਰਿਹਾ, ਕੋਈ ਸਵਾਹ ਬਣਾ ਕੇ ਖਾਈ ਛਕੀ ਜਾ ਰਿਹਾ। ਇਹ ਵੀ ਇੱਕ ਅਗਿਆਨਤਾ ਹੈ। ਅਗਿਆਨਤਾ ਦੇ ਕਾਰਨ ਹੀ ਮਨੁੱਖ ਦੇ ਜੀਵਨ ਵਿੱਚ ਜਦੋਂ ਦੁੱਖ ਕਲੇਸ਼ ਚਿੰਤਾਵਾਂ ਆ ਕੇ ਉਹਨੂੰ ਘੇਰਦੀਆਂ ਨੇ, ਤੇ ਉਹ ਅਗਿਆਨਤਾ ਦੇ ਕਾਰਨ ਹੀ ਇਹਨਾਂ ਦੁੱਖਾਂ ਤੇ ਕਲੇਸ਼ਾਂ ਤੇ ਮੁਸੀਬਤਾਂ ਦਾ ਜ਼ਿੰਮੇਵਾਰ ਚੰਗੇ ਮੰਦੇ ਦਿਨਾਂ ਨੂੰ ਮੰਨ ਲੈਂਦਾ ਹੈ, ਗ੍ਰਹਿ ਨਛੱਤਰਾਂ ਨੂੰ ਮੰਨ ਲੈਂਦਾ ਹੈ। ਸਵੈ ਪੜਚੋਲ ਨਹੀਂ ਕਰਦਾ, ਆਪਣੇ ਆਪੇ ਦੀ ਵਿਚਾਰ ਨਹੀਂ ਕਰਦਾ ਵੀ ਕਿਤੇ ਮੇਰੇ ਕੋਲ ਜ਼ਿੰਦਗੀ ਦਾ ਐਸਾ ਕਦਮ ਸਟੈਪ ਤੇ ਨਹੀਂ ਪੁੱਟਿਆ ਗਿਆ ਜਿਨੇ ਮੁਸੀਬਤਾਂ ਨਾਲ ਮੈਨੂੰ ਜੋੜਿਆ ਹੋਵੇ, ਜਿਸ ਕਦਮ ਦੇ ਪੁੱਟਣ ਦੇ ਕਾਰਨ ਮੇਰੀ ਜ਼ਿੰਦਗੀ ਵਿੱਚ ਆ ਦੁੱਖ ਤੇ ਚਿੰਤਾਵਾਂ ਆ ਕੇ ਟਿਕ ਗਈਆਂ ਹਨ। ਅਗਿਆਨਤਾ ਦੇ ਕਾਰਨ ਉਹ ਆਪਣੇ ਸਵੈ ਦੀ ਪੜਚੋਲ ਨਹੀਂ ਕਰਦਾ। ਇਹ ਵੀ ਬੜੀ ਵੱਡੀ ਅਗਿਆਨਤਾ ਹੈ ਜੀ। ਜਿੰਨੇ ਮਰਜੀ ਪਾਪ ਨੇ ਤੇਰੇ ਜੀਵਨ ਦੇ ਵਿੱਚ ਕੀਤੇ ਹੋਏ ਕੁਕਰਮ, ਕੋਈ ਨਹੀਂ ਕਿਸੇ ਵੀ ਤੀਰਥ ਇਸ਼ਨਾਨ ਤੇ ਤੂੰ ਨਹਾਲਾ, ਸਾਫ਼ ਤੇ ਪਵਿੱਤਰ ਹੋ ਜਾਏਗਾ। ਸੋ ਗੁਰੂ ਦਾ ਜਿਹੜਾ ਗਿਆਨ ਹੈ ਨਾ, ਮਨੁੱਖ ਨੂੰ ਸਿਆਣਾ ਬਣਾਉਂਦਾ ਹੈ, ਮਨੁੱਖ ਨੂੰ ਸੁਚੇਤ ਕਰਦਾ ਹੈ। ਅਗਿਆਨਤਾ ਦੇ ਕਾਰਨ ਹੀ ਮਨੁੱਖ ਆਤਮਿਕ ਜੀਵਨ ਜਿਉਣ ਦੀ ਬਜਾਏ, ਮਨ ਤੇ ਆਪਣੀ ਆਤਮਾ ਨੂੰ ਸੋਹਣਾ ਬਣਾਉਣ ਦੀ ਬਜਾਏ ਸਰੀਰ ਨੂੰ ਹੀ ਪਾਲਣ ਦੇ ਆਹਰ ਵਿੱਚ ਲੱਗਾ ਰਹਿੰਦਾ ਹੈ। ਬੜਾ ਪਿਆਰਾ ਬਚਨ ਆਉਂਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚੋਂ। ਇਹ ਅਗਿਆਨਤਾ ਨੂੰ ਜ਼ਾਹਿਰ ਕਰਦੇ ਹੋਏ ਉਹ ਕਹਿ ਰਹੇ ਨੇ, ਅੰਮ੍ਰਿਤ ਕਾਇਆ ਰਹੇ ਸੁਖਾਲੀ ਬਾਜੀ ਇਹ ਸੰਸਾਰੋ। ਆਪਣੀ ਕਾਇਆ ਨੂੰ ਅਗਿਆਨਤਾ ਵਸ ਅਮਰ ਰਹਿਣ ਵਾਲੀ ਜਾਣ ਕੇ ਮਨੁੱਖ ਇਹਨੂੰ ਹੀ ਖਵਾਣ ਪਲਾਣ, ਇਹਦੇ ਰਸਾਂ ਕਸਾਂ ਨਾਲ ਹੀ ਜੁੜਿਆ ਰਹਿੰਦਾ ਹੈ। ਪਰ ਇਹ ਤੇ ਸੰਸਾਰ ਦੀ ਖੇਡ ਹੈ। ਸਰੀਰ ਅੱਜ ਹੈ, ਕੱਲ ਨੂੰ ਨਹੀਂ, ਇਹ ਮਿਟੇਗਾ। ਫਿਰ ਕੀ ਕਰਦਾ ਹੈ? ਲੱਭ ਲੋਭ ਮੁਚ ਕੂੜ ਕਮਾਵੇ, ਬਹੁਤ ਉਠਾਵੇ ਭਾਰੋ। ਇਸ ਕਾਇਆ ਨੂੰ ਪਾਲਣ ਵਾਸਤੇ, ਸਰੀਰ ਨੂੰ ਪਾਲਣ ਵਾਸਤੇ, ਸੁੱਖ ਸਹੂਲਤਾਂ ਨਾਲ ਇਹਨੂੰ ਜੋੜਨ ਵਾਸਤੇ ਲੱਭ ਲੋਭ ਠੱਗੀ ਬੇਈਮਾਨੀ ਚਸਕੇ ਇਹਨਾਂ ਦੇ ਵਿੱਚ ਖਚਤ ਹੋਇਆ ਪਿਆ। ਕੂੜ ਵਿਕਾਰ ਆਦਿਕ ਇਹ ਭਾਰ ਆਤਮਾ ਤੇ ਲੱਦ ਲੈਂਦਾ ਹੈ। ਲੱਭ ਲੋਭ ਮੁਚ ਕੂੜ ਕਮਾਵੇ, ਬਹੁਤ ਉਠਾਵੇ ਭਾਰੋ। ਅੱਗੇ ਗੁਰੂ ਜੀ ਕਹਿੰਦੇ, ਤੂੰ ਕਾਇਆ ਮੈਂ ਰੁਲਦੀ ਦੇਖੀ, ਜਿਉਂ ਧਰ ਉੱਪਰ ਛਾਰੋ। ਲੱਭ ਲੋਭ ਤੇ ਝੂਠ ਦਾ ਸਹਾਰਾ ਲੈ ਕੇ ਇਹ ਪਲੀ ਹੋਈ ਕਾਇਆ ਬੜੇ ਰਸ ਕਸ ਇਹਨੇ ਭੋਗੇ। ਭਲਕੇ ਜਦੋਂ ਇਹਦੇ ਵਿੱਚੋਂ ਜਿੰਦ ਨਿਕਲੀ ਹੈ ਰੁਲਦੀ ਫਿਰਦੀ, ਕੋਈ ਇਹਨੂੰ ਜਲ ਵਿੱਚ ਸੁੱਟ ਰਿਹਾ ਹੈ, ਕੋਈ ਇਹਨੂੰ ਲੱਕੜਾਂ ਦੇ ਵਿੱਚ ਧਰ ਕੇ ਸਾੜਦਾ ਪਿਆ, ਕੋਈ ਦਫਨਾ ਰਿਹਾ ਤਬੂਤ ਵਿੱਚ ਬੰਦ ਕਰਕੇ। ਸੋ ਅਗਿਆਨਤਾ ਦੇ ਕਾਰਨ ਮਨੁੱਖ ਹੀਰੇ ਵਰਗੇ ਜਨਮ ਨੂੰ ਕੌਡੀਆਂ ਦੇ ਭਾਅ ਗਵਾ ਲੈਂਦਾ ਹੈ।
ਬੜਾ ਪਿਆਰਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਇੱਕ ਬਚਨ ਹੈ ਵੀ ਗੁਰੂ ਦੀ ਮੱਤ ਹੋਣੀ ਬੜੀ ਜ਼ਰੂਰੀ ਹੈ। ਜਿਸ ਮਨੁੱਖ ਕੋਲ ਗੁਰੂ ਦਾ ਗਿਆਨ ਨਹੀਂ, ਗੁਰੂ ਦੀ ਮੱਤ ਨਹੀਂ, ਉਹ ਬੰਦਾ ਇਨਸਾਨੀਅਤ ਵਾਲਾ ਜੀਵਨ ਜਿਉ ਹੀ ਨਹੀਂ ਸਕਦਾ। ਉਹ ਪਸ਼ੂ ਪੁਣੇ ਵਾਲਾ ਜੀਵਨ ਜਿਉਏਗਾ। ਉਹਦੇ ਅੰਦਰ ਖੁਦ ਗਰਜੀ ਹੋਏਗੀ, ਸਵਾਰਥ ਪੁਨਾ ਹੋਵੇਗਾ, ਖਾਣਾ ਪੀਣਾ ਤੇ ਸੌਣਾ ਇਹ ਉਹਦੀ ਜ਼ਿੰਦਗੀ ਦੇ ਕਰਮ ਹੋਣਗੇ। ਬਸ ਕੋਈ ਪਰਉਪਕਾਰ ਨਹੀਂ, ਕੋਈ ਸਮਾਜ ਸੰਸਾਰ ਨੂੰ ਸਵਾਰਨ ਵਾਲੀ ਗੱਲ ਨਹੀਂ, ਕੋਈ ਆਪਣੇ ਹੱਥੋਂ ਦੇ ਕੇ ਭਲਾ ਮਨਾਉਣ ਵਾਲੀ ਉਹਦੇ ਅੰਦਰ ਬਿਰਤੀ ਨਹੀਂ ਹੋਵੇਗੀ, ਪਸ਼ੂ ਬਿਰਤੀਆਂ। ਗੁਰੂ ਪਾਤਸ਼ਾਹ ਜੀ ਕਹਿੰਦੇ ਐਸਾ ਜੀਵਨ ਉਸ ਬੰਦੇ ਦਾ ਬਣਦਾ ਜਿਹਦੇ ਕੋਲ ਗੁਰੂ ਦਾ ਗਿਆਨ, ਗੁਰੂ ਦੀ ਮੱਤ ਨਹੀਂ। ਬੜਾ ਪਿਆਰਾ ਬਚਨ ਹੈ ਸ਼ਲੋਕ 12 ਤੇ ਵਧੀਕ ਦੇ ਵਿੱਚੋਂ। ਗੁਰੂ ਜੀ ਕਹਿੰਦੇ ਵੀ ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ। ਜਿਨ੍ਹਾਂ ਨੇ ਸਤਿਗੁਰ ਮਹਾਂਪੁਰਖ ਨੂੰ ਸੇਵਿਆ ਨਹੀਂ, ਗੁਰੂ ਦੀ ਸਿੱਖਿਆ ਜੀਵਨ ਦਾ ਆਸਰਾ ਨਹੀਂ ਬਣਾਈ, ਗੁਰੂ ਦੀ ਸ਼ਰਨ ਵਿੱਚ ਨਹੀਂ ਗਏ, ਇਉਂ ਕਹਿ ਲੋ। ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ। ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਉਹਦੇ ਵਿੱਚੋਂ ਗਿਆਨ ਨਹੀਂ ਲਿਆ। ਕੋਈ ਮਾਨਸ ਜੂਣ ਨਾ ਆਖੀਐ, ਪਸ਼ੂ ਢੋਰ ਗਾਵਾਰ। ਉਹ ਮਨੁੱਖ ਮਤ ਸਮਝੋ ਕਿ ਉਹ ਇਨਸਾਨ ਨੇ ਜਾਂ ਇਨਸਾਨੀ ਜੀਵਨ ਜੀਣ ਵਾਲੇ ਨੇ। ਉਹ ਪਸ਼ੂ ਨੇ, ਢੋਰ ਨੇ, ਗਵਾਰ ਨੇ, ਮੂਰਖ ਨੇ। ਫਿਰ ਕਹਿੰਦੇ ਉਹਨਾਂ ਅੰਤਰ ਗਿਆਨ ਨਾ ਧਿਆਨ ਹੈ, ਹਰਸ਼ੋਂ ਪ੍ਰੀਤ ਨਾ ਪਿਆਰ। ਉਹਨਾਂ ਦੇ ਅੰਦਰ ਨਾ ਤੇ ਆਤਮਿਕ ਜੀਵਨ ਦੀ ਕੋਈ ਸੋਝੀ ਹੈ, ਸਰੀਰ ਦੇ ਤਲ ਕਰਕੇ ਜੀਵਨ ਜਿਉ ਰਹੇ ਨੇ। ਅੱਜ ਵੀ ਬਹੁਤਾ ਸੰਸਾਰ ਉਹ ਸਰੀਰਿਕ ਤਲ ਤੱਕ ਜੀਵਨ ਜਿਉ ਰਿਹਾ ਹੈ। ਬਸ ਉਹਨਾਂ ਦੇ ਕੋਲ ਬੈਠੋ, ਸਰੀਰ ਦੇ ਸੰਬੰਧਿਤ ਉਹਨਾਂ ਕੋਲ ਖਾਣ ਪੀਣ ਮੌਜਾਂ, ਇਹ ਸਭ ਗੱਲਾਂ ਨੇ। ਆਤਮਿਕ ਜੀਵਨ ਵਾਲੀ ਕੋਈ ਗੱਲ ਨਹੀਂ ਉਹਨਾਂ ਦੇ ਕੋਲ, ਕਿਉਂਕਿ ਗਿਆਨ ਹੀ ਨਹੀਂ ਉਸ ਵਕਤ, ਗਿਆਨ ਪੱਖੋਂ ਸਖਣੇ ਨਹੀਂ ਉਹ। ਤੇ ਕਹਿੰਦੇ ਨੇ ਉਹਨਾਂ ਅੰਤਰ ਗਿਆਨ ਨਾ ਧਿਆਨ ਹੈ। ਉਹਨਾਂ ਦੇ ਅੰਦਰ ਆਤਮਿਕ ਜੀਵਨ ਜਿਉਣ ਦੀ ਸੋਝੀ ਵਾਲਾ ਗਿਆਨ ਹੀ ਨਹੀਂ ਹੈਗਾ। ਤੇ ਪ੍ਰਭੂ ਦੇ ਚਰਨਾਂ ਵਿੱਚ ਧਿਆਨ ਕੋਈ ਨਹੀਂ, ਪ੍ਰਭੂ ਦੇ ਚਰਨਾਂ ਨਾਲ ਪ੍ਰੀਤ ਕੋਈ ਨਹੀਂ। ਹਰ ਸਹੁ ਪ੍ਰੀਤ ਨਾ ਪਿਆਰ। ਫਿਰ ਕਹਿੰਦੇ ਮਨਮੁਖ ਮੋਏ ਵਿਕਾਰ ਮੈਂ, ਮਰ ਜੰਮੇ ਵਾਰੋ ਵਾਰ। ਸਿੱਟਾ ਇਹ ਨਿਕਲਦਾ ਕਿ ਐਸੇ ਮਨਮੁਖ ਜਿਨ੍ਹਾਂ ਨੇ ਸੰਸਾਰ ਵਿੱਚ ਆ ਕੇ ਭਾਵੇਂ ਉਹਨਾਂ ਨੇ ਦੁਨਿਆਵੀ ਪੜ੍ਹਾਈ ਕੀਤੀ ਹੈ, ਵਿਦਿਆ ਪੜ੍ਹੀ ਹੈ, ਪਰ ਉਹ ਗਿਆਨ ਗੁਰੂ ਦਾ ਆਤਮਿਕ ਜੀਵਨ ਨੂੰ ਸਫਲ ਕਰਨ ਵਾਲਾ ਗਿਆਨ ਨਾ ਹੋਣ ਕਰਕੇ ਉਹ ਦੁਨਿਆਵੀ ਵਿਦਿਆ ਪੜ੍ਹ ਲਿਖ ਕੇ ਵੀ ਵਿਕਾਰ ਭੋਗਦੇ ਨੇ, ਵਿਕਾਰੀ ਜੀਵਨ ਜਿਉਂਦੇ ਨੇ ਤੇ ਜੀਵਨ ਆਪਣਾ ਤਬਾਹ ਕਰਕੇ ਚਲੇ ਜਾਂਦੇ ਨੇ ਸੰਸਾਰ ਦੇ ਵਿੱਚੋਂ। ਸੋ ਗੁਰੂ ਦੀ ਮੱਤ ਲੈਣੀ ਬੜੀ ਜ਼ਰੂਰੀ ਹੈ। ਤਾਂ ਹੀ ਤੇ ਆਖਿਆ ਗੁਰ ਕੀ ਮੱਤ ਤੂੰ ਲੇਹ ਇਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਇਹ ਜਿਹੜਾ ਜੀਵਨ ਤੂੰ ਲੈ ਕੇ ਆਇਆ ਹੈ, ਸੰਸਾਰ ਦੇ ਵਿੱਚ ਮਿਲਿਆ ਹੈ, ਇਹ ਗੁਰੂ ਦੀ ਮੱਤ ਤੇ ਤੁਰ ਕੇ ਸਫਲ ਹੋਏਗਾ। ਬੜਾ ਪਿਆਰਾ ਬਚਨ ਹੈ ਗੁਰੂ ਅਮਰਦਾਸ ਮਹਾਰਾਜ ਜੀ ਦਾ, ਕਿਉਂਕਿ ਉਹ ਵੀ ਲੰਬੇਰਾ ਸਮਾਂ ਤੀਰਥਾਂ ਦੀ ਯਾਤਰਾ ਤੇ ਬ੍ਰਾਹਮਣ ਇਜ਼ਮ ਦੇ ਕਰਮ ਕਾਂਡ ਉਹਨਾਂ ਵਿੱਚ ਉਹਨਾਂ ਨੇ ਗੁਜ਼ਾਰਿਆ ਹੈ। ਤੇ ਜਦੋਂ ਗੁਰੂ ਦੀ ਮੱਤ ਜ਼ਿੰਦਗੀ ਦਾ ਹਿੱਸਾ ਬਣੀ ਤੇ ਆਤਮਿਕ ਆਨੰਦ ਜੀਵਨ ਵਿੱਚ ਆਇਆ, ਜੀਵਨ ਰੱਬ ਵਰਗਾ ਬਣ ਗਿਆ। ਤੇ ਫਿਰ ਉਸ ਗੁਰੂ ਦੇ ਘਰ ਦੇ ਵਿੱਚੋਂ ਮਿਲਣ ਵਾਲੀ ਮੱਤ, ਉਹਦੀ ਵਡਿਆਈ ਬਹੁਤ ਖੂਬਸੂਰਤ ਢੰਗ ਨਾਲ ਕਰਦੇ ਆ। ਉਹ ਫਿਰ ਤੀਰਥਾਂ ਤੇ ਜਾ ਕੇ ਉਹ ਬ੍ਰਾਹਮਣ ਇਜ਼ਮ ਦੇ ਕਰਮ ਕਰਨ ਵਾਲਿਆਂ ਨੂੰ ਸੁਚੇਤ ਕਰਦੇ ਆ ਵੀ ਆਤਮਿਕ ਜੀਵਨ ਨੂੰ ਸਫਲ ਕਰਨ ਵਾਲੀ ਮੱਤ ਤੁਹਾਨੂੰ ਤੀਰਥਾਂ ਤੇ ਜਾ ਕੇ ਪ੍ਰਾਪਤ ਨਹੀਂ ਹੋਣੀ, ਕਰਮਕਾਂਡ ਕਰਕੇ ਪ੍ਰਾਪਤ ਨਹੀਂ ਹੋਣੀ। ਤੇ ਨਾ ਹੀ ਇਸ ਗੱਲ ਦੇ ਖਿਆਲ ਨੂੰ ਆਪਣੇ ਮਨ ਵਿੱਚ ਪਾਲ ਕੇ ਰੱਖਿਓ ਵੀ ਜਿਹੜਾ ਤੀਰਥਾਂ ਤੇ ਨਹੀਂ ਜਾਂਦਾ ਉਹਦੀ ਮੱਤ ਨਹੀਂ ਕਾਇਮ ਰਹਿੰਦੀ। ਕਹਿੰਦੇ ਨਾ ਕਾਸ਼ੀ ਮਤ ਉਪਜੈ, ਨਾ ਕਾਸ਼ੀ ਮਤ ਜਾਏ। ਇਹ ਮਤ ਤੇਰੀ ਥਰ ਰਹਿ, ਜਾਂ ਗੁਰ ਕਾ ਸ਼ਬਦ ਕਮਾਏ।
ਕਹਿੰਦੇ ਨੇ ਨਾ ਕਾਸ਼ੀ ਆਦਿਕ ਜਿਹੜੇ ਵੱਡੇ ਵੱਡੇ ਤੀਰਥ ਨੇ ਉੱਥੇ ਇਸ਼ਨਾਨ ਕਰਕੇ ਜਾਂ ਬ੍ਰਾਹਮਣ ਇਜ਼ਮ ਦੇ ਕਰਮ ਕਰਕੇ ਆਤਮਿਕ ਜੀਵਨ ਦੀ ਸੋਝੀ ਇਹ ਅਕਲ ਪ੍ਰਾਪਤ ਹੋਣੀ ਹੈ, ਤੇ ਨਾ ਹੀ ਜਿਹੜਾ ਨਹੀਂ ਜਾਂਦਾ ਨਾ ਹੀ ਉਹਦੀ ਮਤ ਦੇ ਵਿੱਚ ਕੋਈ ਕਮੀ ਆਉਣੀ ਹੈ। ਫਿਰ ਕਹਿੰਦੇ ਹਰ ਕਥਾ ਤੂੰ ਸੁਣ ਰੇ ਮਨ, ਸ਼ਬਦ ਮਨ ਵਸਾਏ, ਇਹ ਮਤ ਤੇਰੀ ਥਿਰ ਰਹਿ ਹਉਮੈ ਵਿੱਚੋਂ ਜਾਏ। ਕਹਿੰਦੇ ਨੇ ਗੁਰੂ ਦੇ ਗੋਦੀ ਵਿੱਚ ਬੈਠ ਕੇ ਜਾਂ ਸਤ ਸੰਗ ਵਿੱਚ ਬੈਠ ਕੇ ਕਥਾ ਸੁਣ, ਗੁਰਬਾਣੀ ਨੂੰ ਵਿਚਾਰ, ਇਹ ਸੁਣ। ਕਹਿੰਦੇ ਤੈਨੂੰ ਉਹ ਮਤ ਪ੍ਰਾਪਤ ਹੋਏਗੀ ਜਿਹੜੀ ਵਿਸ਼ੇ ਵਿਕਾਰਾਂ ਦੇ ਵਿੱਚ ਤੈਨੂੰ ਡੋਲਣ ਦੀ ਦੇਵੇਗੀ। ਅਜੇ ਤੇ ਰੂਪ ਵੇਖ ਕੇ ਡੋਲ ਜਾਂਦਾ ਹੈ, ਧਨ ਵੇਖ ਕੇ ਡੋਲ ਜਾਂਦਾ ਹੈ। ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬੜਾ ਪਿਆਰਾ ਨਕਸ਼ਾ ਖਿੱਚਿਆ ਹੈ, ਮਨ ਰੇ ਕੌਣ ਕੁਮਤ ਤੈ ਲੀਨੀ, ਕਿਹੜੀ ਭੈੜੀ ਕੁਮੱਤੇ ਪਿਆ ਹੋਇਆ ਭਾਈ ਤੂੰ। ਕਹਿੰਦੇ ਨੇ ਪਰ ਦਾਰਾ ਨਿੰਦਿਆ ਰਸ ਰਚਿਓ RAM ਭਗਤ ਨੇ ਕੀਨੀ। ਪਰਾਈ ਨਿੰਦਿਆ, ਪਰਾਈ ਇਸਤਰੀ ਜੋਬਨ, ਇਹਦੇ ਵਿੱਚ ਖਚਤ ਹੋਇਆ ਤੇ ਰੱਬ ਜੀ ਦੀ ਭਗਤੀ ਨੂੰ ਰੱਬੀ ਗੁਣਾ ਵਿੱਚ ਜ਼ਿੰਦਗੀ ਜਿਉਣੀ ਭੁੱਲ ਚੁੱਕਿਆ। ਕਿਉਂਕਿ ਗੁਰੂ ਦੀ ਮੱਤ ਨਹੀਂ। ਹੁਣ ਗੁਰੂ ਦੀ ਮੱਤ ਤੇ ਕਹਿੰਦੀ ਹੈ ਵੀ ਪਰਤਰੇ ਰੂਪ ਨਾ ਵੇਖਿਆ ਨੇਤਰ। ਗੁਰੂ ਦੀ ਮੱਤ ਤੇ ਸਾਨੂੰ ਇਹਨਾਂ ਗੱਲਾਂ ਦਾ ਧਾਰਨੀ ਬਣਾਉਂਦੀ ਹੈ ਵੀ ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ। ਗੁਰੂ ਦੀ ਮੱਤ ਸਾਨੂੰ ਉੱਚੀ ਸੁੱਚੀ ਕਿਰਦਾਰ ਦਾ ਮਾਲਕ ਬਣਾਉਂਦੀ ਹੈ। ਗੁਰੂ ਦੀ ਮੱਤ ਤੇ ਨਾ ਕਿਸੇ ਦਾ ਧਨ ਵੇਖ ਕੇ ਡੋਲਣ ਦਿੰਦੀ ਹੈ, ਨਾ ਰੂਪ ਦੇਖ ਕੇ ਡੋਲਣ ਦਿੰਦੀ ਹੈ, ਨਾ ਪਦਵੀ ਵੇਖ ਕੇ ਡੋਲਣ ਦਿੰਦੀ ਹੈ, ਤੇ ਕਰਮ ਕਾਂਡਾਂ ਦੇ ਤੇ ਬਿਲਕੁਲ ਨੇੜੇ ਨਹੀਂ ਜਾਣ ਦਿੰਦੀ। ਜਿਨ੍ਹਾਂ ਨੇ ਗੁਰੂ ਦੀ ਮੱਤ ਲਈ ਸਮੇਂ-ਸਮੇਂ ਤੇ ਉਹਨਾਂ ਦੀ ਗੁਰੂ ਪਰਖ ਵੀ ਕਰਦਾ ਰਿਹਾ। ਆਨੰਦਪੁਰ ਸਾਹਿਬ ਜੀ ਦੇ ਵਿੱਚ ਦਰਬਾਰ ਸਜਿਆ ਹੋਇਆ ਹੈ। ਇੱਕ ਪੰਡਤ ਆ ਗਿਆ, ਗੁਰੂ ਮਹਾਰਾਜ ਜੀ ਨੂੰ ਕਹਿੰਦਾ ਹੈ ਮੈਂ ਕੁਝ ਵਿਚਾਰਾਂ ਤੁਹਾਡੇ ਦਰਬਾਰ ਵਿੱਚ ਰੱਖਣਾ ਚਾਹੁੰਦਾ। ਸਤਿਗੁਰੂ ਜੀ ਕਹਿੰਦੇ ਰੱਖੋ ਜੀ। ਉਹ ਵਿਚਾਰ ਕਰਨ ਲੱਗ ਪਿਆ ਵੀ ਸੱਚੇ ਪਾਤਸ਼ਾਹ ਜੀ ਆਉਣ ਵਾਲਾ ਸਮਾਂ ਤੁਹਾਡੇ ਉੱਤੇ ਤੇ ਤੁਹਾਡੇ ਸਿੱਖਾਂ ਉੱਤੇ ਬੜਾ ਭਾਰੂ ਹੈ। ਅਸਾੜ ਸਦੀ ਆਉਣ ਵਾਲੀ ਹੈ। ਸ਼ਨੀ ਦੇਵਤੇ ਦਾ ਜਿਹੜਾ ਦੁਸ਼ਪ੍ਰਭਾਵ ਹੈ ਉਹ ਤੁਹਾਡੇ ਉੱਤੇ ਪੈਣ ਵਾਲਾ। ਯਾਰ ਉਹ ਦੇਵਤੇ ਕਾਦੇ ਹੋਏ ਜਿਹੜੇ ਦੁਸ਼ਪ੍ਰਭਾਵ ਛੱਡਦੇ ਆ? ਉਹ ਮਾਂ ਕਿਹੜੀ ਹੋਈ ਜਿਹੜੀ ਡੈਣ ਬਣ ਕੇ ਆਪਣੇ ਬੱਚਿਆਂ ਨੂੰ ਖਾ ਗਈ ਜੀ? ਸ਼ੀਤਲਾ ਮਾਤਾ ਨਿਕਲੀ ਹੈ ਜੀ, ਇਸ ਕਰਕੇ ਬੱਚਾ ਰੋਗੀ ਹੋ ਗਿਆ, ਬੱਚੇ ਦਾ ਅੰਗ ਮਾਰਿਆ ਗਿਆ, ਜਾਂ ਬੱਚਾ ਮੌਤ ਦੇ ਮੂੰਹ ਵਿੱਚ ਚੱਲਿਆ ਗਿਆ। ਉਹ ਕਿਹੜੀ ਮਾਂ ਹੈ ਜਿਹੜੀ ਡੈਣ ਬਣ ਕੇ ਬੱਚੇ ਨੂੰ ਖਾ ਜਾਂਦੀ? ਕਿੱਥੇ ਕਿੱਥੇ ਮਨੁੱਖਤਾ ਨੂੰ ਵਿਪਰ ਨੇ ਪੂਜਾ ਧਰਮ ਵਾਲੇ ਪਾਸੇ ਲਾ ਦਿੱਤਾ ਹੈ। ਤੇ ਉਹ ਭਰਮ ਸੀ, ਅਗਿਆਨਤਾ ਵਸ ਲੋਕ ਲੱਗ ਗਏ। ਤੁਹਾਡੇ ਉੱਤੇ ਸਾੜ ਸਦੀ ਆਉਣ ਵਾਲੀ ਹੈ ਤੇ ਸ਼ਨੀ ਦੇਵਤੇ ਦਾ ਦੁਸ਼ਪ੍ਰਭਾਵ ਤੁਹਾਡੇ ਉੱਤੇ ਪੈਣ ਵਾਲਾ ਹੈ, ਤੇ ਛੇਤੀ ਤੋਂ ਛੇਤੀ ਬਚ ਸਕਦੇ ਹੋ ਤੇ ਬਚ ਜਾਓ ਇਹਦੇ ਤੋਂ। ਗੁਰੂ ਮਹਾਰਾਜ ਜੀ ਕਹਿੰਦੇ ਫਿਰ ਕਿਵੇਂ ਬਚਿਆ ਜਾਏ? ਕੋਈ ਲਾਭ, ਕੋਈ ਉਪਾਅ ਦੱਸ। ਗੁਰੂ ਜੀ ਨੂੰ ਕਹਿੰਦਾ ਸ਼ਨੀ ਦੇਵਤੇ ਦੇ ਨਾਮ ਤੇ 3 ਚੀਜ਼ਾਂ ਦਾਨ ਦੇ ਦਿਓ। ਅੱਜ ਵੀ ਸਾਡੇ ਘਰਾਂ ਵਿੱਚ ਬੂਹਾ ਖੜਕਾਉਂਦੇ ਆ ਤੇ ਅਸੀਂ ਦੇ ਵੀ ਦਿੰਦੇ ਆ ਤੇਲ, ਲੋਹਾ ਤੇ ਮਾਵਾਂ ਦੀ ਦਾਲ। ਉਹ ਕਹਿੰਦਾ ਜੇ ਇਹ ਚੀਜ਼ਾਂ ਨਹੀਂ ਦੇਣੀਆਂ 10-5 ਰੁਪਈਏ ਹੀ ਦੇ ਦਿਓ ਮੈਨੂੰ। ਉਹਨੇ ਵੀ ਪੈਸੇ ਇਕੱਠੇ ਕਰਨੇ ਹੁੰਦੇ ਆ। ਉਹ ਸਾਰਾ ਦਿਨ ਆ ਚੀਜ਼ਾਂ ਜਾਂ ਪੈਸੇ ਇਕੱਠੇ ਕਰਦੇ ਆ, ਸ਼ਾਮ ਨੂੰ ਠੇਕਿਆਂ ਤੇ ਬੈਠੇ ਹੁੰਦੇ ਆ। ਕੋਈ ਜਿੰਨੇ ਵੀ ਹੈਗੇ ਨੇ। ਤੇ ਗੁਰੂ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਹੁਣ ਆਇਆ ਸੀ 3 ਚੀਜ਼ਾਂ, ਤੇ ਉਹ ਖੱਚਰ ਲੈ ਕੇ ਆਇਆ ਸੀ। ਉਹਨੂੰ ਪਤਾ ਗੁਰੂ ਦਾਨ ਬੜੇ ਖੁੱਲ ਦਿਲੀ ਨਾਲ ਦਿੰਦਾ ਵਾ, ਤੇ ਗੁਰੂ ਜੀ ਨੇ ਉਹਦੇ ਖੱਚਰਾਂ ਦੇ ਉੱਤੇ ਦਾਲਾਂ ਦੇ ਤੋੜੇ ਕੱਟੇ ਭਰ ਦਿੱਤੇ, ਲੋਹਾ ਕਿੰਨਾ ਲੱਦ ਦਿੱਤਾ, ਤੇਲ ਦੇ 2-3 ਪੀਪੇ ਲੱਦ ਦਿੱਤੇ। ਉਹ ਬੜਾ ਖੁਸ਼, ਬੜਾ ਪ੍ਰਸੰਨ ਹੋ ਕੇ ਦਰਬਾਰ ਵਿੱਚੋਂ ਨਿਕਲਿਆ ਤੇ 1.5 ਕਿਲੋਮੀਟਰ ਦੀ ਦੂਰੀ ਤੇ ਗਿਆ। ਵਿੱਚੋਂ ਹੀ ਅਸ਼ੋਪਲੇ ਜੇ 4-5 ਗੁਰੂ ਦੇ ਸਿੱਖ ਉੱਠੇ, ਸਜੇ ਹੋਏ ਦਰਬਾਰ ਵਿੱਚੋਂ ਗੁਰੂ ਦੇ 4-5 ਸਿੱਖ ਉੱਠੇ ਤੇ 1.5 ਕਿਲੋਮੀਟਰ ਦੀ ਉਹ ਦੂਰੀ ਤੇ ਪਹੁੰਚਿਆ ਸੀ। ਉਹਦੇ ਖੱਚਰਾਂ ਦੇ ਉੱਤੇ ਵਜਨ ਸੀ, ਇਸ ਕਰਕੇ ਹੌਲੀ ਸੀ। ਸਿੱਖ ਕਾਲੀ ਕਾਲੀ ਨਾਲ ਘੋੜੇ ਤੇ ਸਵਾਰ ਹੋ ਕੇ ਅੱਗੋਂ ਜਾ ਕੇ ਘੇਰ ਲਿਆ।
ਜਦੋਂ ਘੇਰ ਲਿਆ ਸਿੱਖਾਂ ਨੇ ਉਸ ਨੂੰ, ਮੈਂ ਪੰਕਤੀ ਦੀ ਵਿਆਖਿਆ ਫਿਰ ਦੁਹਰਾ ਦਿਆਂ, ਇਹਦੀ ਕਰ ਰਿਹਾ ਵਾਂ। ਗੁਰਮੁਖ ਸੁਕੜ ਸੁਜਾਨ ਗੁਰ ਸਮਝਾਇਆ, ਵੀ ਜਿਹਨੂੰ ਗੁਰੂ ਨੇ ਸਮਝਾ ਦਿੱਤਾ ਬੜਾ ਸੁਚੇਤ ਹੈ ਯਾਰ ਪੱਖੋਂ, ਬੜਾ ਸਿਆਣਾ ਹੈ ਉਹ, ਨਾ ਕੋਈ ਪਖੰਡੀ ਉਹਨੂੰ ਲੁੱਟ ਸਕਦਾ ਹੈ। ਭਰਮ ਨੂੰ ਧਰਮ ਦਾ ਲੇਬਲ ਲਾ ਕੇ ਨਾ ਉਹਦੇ ਕੋਲ ਝੂਠੀ ਪੂਜਾ ਕਰਵਾ ਸਕਦਾ ਹੈ, ਨਾ ਕੋਈ ਵਹਿਮ ਭਰਮ ਦੇ ਵਿੱਚ ਪਾ ਕੇ ਉਹ ਦਾਨ ਲੈ ਸਕਦਾ ਹੈ ਉਹਦੇ ਕੋਲ, ਕਿਉਂਕਿ ਉਹਦੇ ਕੋਲ ਗੁਰੂ ਦੀ ਮੱਤ ਹੈ। ਤੇ ਸਿੱਖਾਂ ਨੇ ਜਾ ਕੇ ਉਸ ਨੂੰ ਘੇਰ ਲਿਆ, ਕਹਿਣ ਲੱਗੇ ਪੰਡਤ ਜੀ ਆ ਜਿਹੜਾ ਦਾਨ ਲੈ ਕੇ ਆਇਓ, ਸਿੱਖਾਂ ਦੀ 10 ਨੋਵਾਂ ਦੀ ਕਿਰਤ ਕਮਾਈ ਹੈ, ਇਹ ਦਾਲ ਜਿਹੜੀ ਚੁੱਕ ਕੇ ਲਿਆਓ, ਸਿੱਖਾਂ ਦੇ ਖੇਤਾਂ ਵਿੱਚੋਂ ਨਿਕਲ ਕੇ ਆਈ ਹੈ, ਖੂਨ ਪਸੀਨੇ ਦੀ ਕਮਾਈ। ਆ ਤੇਲ ਸਰੋਂ ਦੇ ਵਿੱਚੋਂ ਨਿਕਲਿਆ, ਆ ਲੋਹਾ ਖਰੀਦਿਆ, ਇਹਦੇ ਅਸੀਂ ਸ਼ਸਤਰ ਬਣਾਉਂਦੇ ਆ, ਕਿੱਥੇ ਲੈ ਕੇ ਜਾ ਰਹੇ ਹੋ? ਕਹਿਣ ਲੱਗੇ ਹੱਦ ਹੋ ਗਈ, ਤੁਹਾਡੇ ਗੁਰੂ ਨੇ ਪ੍ਰਸੰਨ ਹੋ ਕੇ ਅਸਾੜ ਸਦੀ ਤੇ ਸ਼ਨੀ ਦੇਵਤੇ ਦੇ ਦੁਸ਼ਪ੍ਰਭਾਵ ਤੋਂ ਬਚਣ ਵਾਸਤੇ ਆ ਚੀਜ਼ਾਂ ਦਿੱਤੀਆਂ ਨੇ। ਕਹਿਣ ਲੱਗੇ ਇਮਾਨਦਾਰੀ ਨਾਲ ਇਹ ਜਿੰਨੀਆਂ ਚੀਜ਼ਾਂ ਤੈਨੂੰ ਦਿੱਤੀਆਂ ਸਾਰੀਆਂ ਇੱਥੇ ਰੱਖ ਦੇ, ਅਸੀਂ ਨਹੀਂ ਜਾਣ ਦੇਣੀਆਂ। ਕਹਿਣ ਲੱਗੇ ਤੁਸੀਂ ਆਪਣੇ ਗੁਰੂ ਦਾ ਦਿੱਤਾ ਦਾਨ ਮੈਨੂੰ ਖੋਹ ਰਹੇ, ਮੇਰੇ ਕੋਲ ਖੋਹ ਰਹੇ ਹੋ, ਤੁਹਾਨੂੰ ਸ਼ਨੀ ਦੇਵਤਾ ਮਾਫ ਨਹੀਂ ਕਰੇਗਾ, ਤੁਹਾਡੇ ਤੇ ਬੜੇ ਦੁੱਖ ਬੜੀਆਂ ਵਿਪਤਾਵਾਂ ਆ ਜਾਣਗੀਆਂ, 60 ਸਦੀ ਦਾ ਸਾਹਮਣਾ ਤੁਹਾਨੂੰ ਕਰਨਾ ਪੈ ਜਾਏਗਾ। ਕਹਿਣ ਲੱਗੇ ਅਸੀਂ ਕਿਸੇ 60 ਸਦੀ, ਕਿਸੇ ਸ਼ਨੀ ਦੇਵਤੇ, ਕਿਸੇ ਦੇ ਭੈ ਨੂੰ ਨਹੀਂ ਮੰਨਦੇ, ਅਸੀਂ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਪੁਜਾਰੀ। ਉਹ ਸਾਰੀਆਂ ਵਸਤੂਆਂ ਲੈ ਕਰਕੇ ਗੁਰੂ ਦਰਬਾਰ ਵਿੱਚ ਪਹੁੰਚੇ। ਉਹਨਾਂ ਨੇ ਲੰਗਰ ਵਿੱਚ ਜਾ ਕਰਕੇ ਮਾਵਾਂ ਦੀ ਦਾਲ ਦੇ ਵੜੇ ਬਣਾਏ, ਉਹ ਤੇਲ ਜਿਹੜਾ ਦਿੱਤਾ ਸੀ ਉਸੇ ਤੇਲ ਵਿੱਚ ਤਲੇ, ਤੇ ਜਿਹੜਾ ਲੋਹਾ ਸੀ ਨਾ ਸਰਬਲੂ, ਉਹਦੇ ਘੜ ਕੇ ਕੜੇ ਸਾਰਿਆਂ ਸਿੱਖਾਂ ਨੇ ਪਾਏ। ਗੁਰੂ ਪਾਤਸ਼ਾਹ ਜੀ ਘੁੰਮਦੇ ਘਮਾਉਂਦੇ ਉਸ ਲੰਗਰ ਜਿੱਥੇ ਸਿੱਖ ਤਿਆਰ ਕਰ ਰਹੇ ਸਨ, ਸਾਰੇ ਇਕੱਠੇ ਹੋਏ ਸਨ, ਆਏ, ਗੁਰੂ ਮਹਾਰਾਜ ਜੀ ਨੂੰ ਵੜੇ ਪਰੋਸ ਕੇ ਦੇ ਦਿੱਤੇ ਉਹਨਾਂ ਨੇ। ਗੁਰੂ ਜੀ ਕਹਿੰਦੇ ਇਹ ਕਿਹੜੀ ਖੁਸ਼ੀ ਵਿੱਚ ਤੁਸੀਂ ਵੜੇ ਤਲ ਕੇ ਅੱਜ ਮਾਵਾਂ ਦੀ ਦਾਲ ਦੇ ਰਹੇ ਹੋ? ਸਿੱਖੋ ਪ੍ਰਸੰਨ ਬੜੇ ਹੋ, ਖੁਸ਼ ਬੜੇ ਹੋ। ਹੱਸ ਕੇ ਸਿੱਖ ਕਹਿੰਦੇ ਸੱਚੇ ਪਾਤਸ਼ਾਹ ਜੋ 60 ਸਦੀ ਨੂੰ ਖਤਮ ਕੀਤਾ, 60 ਸਦੀ ਦਾ ਭੋਗ ਪਾਇਆ, ਜਿਸ ਕਰਕੇ ਵੜੇ। ਕਹਿਣ ਲੱਗੇ ਵੜੇ 60 ਸਦੀ? ਕਹਿਣ ਲੱਗੇ ਜਿਹੜਾ ਦਾਨ ਤੁਸੀਂ ਦਿੱਤਾ ਸੀ ਨਾ ਪੰਡਤ ਨੂੰ 60 ਸਦੀ ਹਟਾਉਣ ਵਾਸਤੇ, ਸ਼ਨੀ ਦੇਵਤੇ ਦੇ ਦੁਸ਼ਪ੍ਰਭਾਵ ਤੋਂ ਬਚਣ ਵਾਸਤੇ, ਉਹ ਸਾਰਾ ਅਸੀਂ ਵਾਪਸ ਲੈ ਆਏ ਆ। ਸਿੱਖ ਇਹਨਾਂ ਵਹਿਮਾਂ ਭਰਮਾਂ ਕਰਮ ਕਾਂਡਾਂ ਨੂੰ ਨਹੀਂ ਮੰਨਦਾ। ਆ ਅਸੀਂ ਦਾਲ ਦੇ ਤੇ ਵੜੇ ਬਣਾ ਕੇ ਤੇਲ ਵਿੱਚ ਛਕੇ ਨੇ ਤੇ ਤੁਹਾਨੂੰ ਛਕਾ ਰਹੇ ਆ। ਆ ਜਿਹੜੇ ਸਰਬ ਲੋ ਇਹਦੇ ਕੁਝ ਕੜੇ ਬਣਾਏ ਨੇ, ਜੇ ਥੋੜੇ ਜੇ ਬਣੇ ਨੇ, ਗੁਰੂ ਜੀ ਨੇ ਘੁੱਟ ਕੇ ਆਪਣੀ ਛਾਤੀ ਨਾਲ ਲਾ ਲਿਆ। ਕਹਿਣ ਲੱਗੇ ਵਾਹ ਮੇਰੇ ਸਿੱਖੋ, ਮੈਂ ਵੀ ਅਸਾੜ ਸਦੀਆਂ ਤੇ ਇਹਨਾਂ ਦੁਸ਼ਪ੍ਰਭਾਵਾਂ ਤੋਂ ਉੱਪਰ ਉਠਾਉਣ ਵਾਸਤੇ ਤੁਹਾਡੀ ਅਜ਼ਮਤ ਕਰ ਰਿਹਾ ਸੀ, ਵੀ ਜਿਨ੍ਹਾਂ ਸਿੱਖਾਂ ਨੂੰ ਅੱਜ ਤੱਕ ਗੁਰਮਤਿ ਸਮਝਾਈ ਜਾ ਰਹੀ ਹੈ, ਇਹਨਾਂ ਵਹਿਮਾਂ ਭਰਮਾਂ ਦੇ ਵਿੱਚ ਅੱਜ ਵੀ ਵਿਸ਼ਵਾਸ ਰੱਖਦੇ ਆ ਜਾਂ ਨਹੀਂ ਰੱਖਦੇ? ਸ਼ਾਬਾਸ਼, ਤੁਸੀਂ ਪਾਸ ਹੋ ਚੁੱਕੇ ਹੋ, ਤੁਸੀਂ ਵਾਕਈ ਗੁਰਮਤਿ ਨੂੰ ਸਮਝ ਕੇ ਗੁਰਮਤਿ ਨੂੰ ਆਪਣੀ ਜ਼ਿੰਦਗੀ ਵਿੱਚ ਜਿਉਣ ਵਾਲੇ ਬਣ ਚੁੱਕੇ ਹੋ। ਤੁਹਾਨੂੰ ਕੋਈ ਪਖੰਡੀ, ਕੋਈ ਭਰਮ ਦੇ ਨਾਮ ਤੇ ਧਰਮ ਲੱਦ ਕਰਕੇ ਤੁਹਾਨੂੰ ਲੁੱਟ ਨਹੀਂ ਸਕਦਾ। ਤੁਹਾਨੂੰ ਕਿਸੇ ਪ੍ਰਕਾਰ ਦਾ ਕੋਈ ਵਹਿਮ ਭਰਮ ਪਾ ਕੇ ਤੁਹਾਨੂੰ ਠੱਗ ਨਹੀਂ ਸਕਦਾ। ਕਹਿੰਦੇ ਆ ਜਿਹੜਾ ਕੜਾ ਹੈ ਇਹ ਭਲਕੇ ਕਤਾਰਾਂ ਦੇ ਵਿੱਚ ਸ਼ਾਮਲ ਹੋਵੇਗਾ, ਇਹ ਯਾਦ ਦਿਲਾਉਂਦਾ ਰਹੇਗਾ ਵੀ ਕੜਾ ਪਾਉਣ ਵਾਲਾ ਸਿੱਖ ਕਿਸੇ ਵਹਿਮ ਪਖੰਡ ਨੂੰ ਜਾਂ ਵਿਪਰ ਦੇ ਕੋਲ ਨਹੀਂ ਜਾਏਗਾ। ਪਰ ਉਹੀ ਕੜਾ ਪਾਇਆ ਹੁੰਦਾ ਸਿੱਖ ਨੇ, ਜਾ ਕੇ ਹੱਥ ਦਿਖਾ ਰਿਹਾ ਹੁੰਦਾ, ਲਕੀਰਾਂ ਦੇ ਲੇਖ ਪੁੱਛ ਰਿਹਾ ਹੁੰਦਾ ਉਹਦੇ ਕੋਲ। ਹੱਦ ਹੋ ਗਈ। ਕੜਾ ਪਾਉਣ ਵਾਲਾ ਆ ਨਗਾਂ ਵਾਲੀਆਂ ਗੁੱਠੀਆਂ ਗ੍ਰਹਿ ਨਛੱਤਰ ਦੇ ਦੁਸ਼ਪ੍ਰਭਾਵ ਤੋਂ ਬਚਣ ਵਾਸਤੇ ਆਪਣੀ ਉਂਗਲਾਂ ਵਿੱਚ ਪਵਾ ਰਿਹਾ ਹੁੰਦਾ। ਸੋ ਇਹ ਗੁਰੂ ਦੀ ਮੱਤ ਤੇ ਤੁਰਨ ਵਾਲਿਆਂ ਸਿੱਖਾਂ ਦਾ ਜੀਵਨ ਸੀ। ਤੇ ਇੱਥੇ ਭਾਈ ਸਾਹਿਬ ਜੀ ਉਹਨਾਂ ਸਿੱਖਾਂ ਦੀ ਅੱਜ ਵਡਿਆਈ ਕਰਦੇ ਪਏ ਨੇ ਕਿ ਗੁਰਮੁਖ ਸੁਗੜ ਸੁਜਾਨ ਗੁਰ ਸਮਝਾਇਆ। ਗੁਰਮੁਖ ਲੋਕ ਗੁਰਾਂ ਦੇ ਸਮਝਾਏ ਹੋਣ ਕਰਕੇ ਚਤੁਰ ਅਤੇ ਸੁਜਾਨ ਗਿਆਨਵਾਨ ਹੁੰਦੇ ਨੇ, ਪਰਮਾਰਥ ਵਿਖੇ ਸੁਚੇਤ ਹੋ ਕੇ ਵਿਚਰਦੇ ਨੇ। ਨਾ ਤੇ ਵਿਕਾਰ ਉਹਨਾਂ ਦੀ ਜ਼ਿੰਦਗੀ ਨੂੰ ਤਬਾਹ ਕਰ ਪਾਉਂਦੇ ਨੇ, ਤੇ ਨਾ ਹੀ ਕੋਈ ਵਹਿਮ ਭਰਮ ਉਹਨਾਂ ਨੂੰ ਇਹ ਕਿਸੇ ਪੁੱਠੇ ਰਸਤੇ ਤੇ ਪਾ ਸਕਦਾ ਹੈ। ਬੜੇ ਸੁਚੇਤ ਹੋ ਕੇ ਜ਼ਿੰਦਗੀ ਜਿਉਂਦੇ ਨੇ।
ਇੱਕ ਇੱਕ ਕਦਮ ਜਿਹੜਾ ਹੈ ਉਹਨਾਂ ਦਾ ਅਧਿਆਤਮਿਕ ਮਾਰਗ ਵੱਲ ਹੁੰਦਾ ਹੈ। ਇਨਸਾਨੀਅਤ ਭਰਿਆ ਜੀਵਨ ਜਿਉਂਦੇ ਨੇ। ਅੱਗੇ ਕਹਿੰਦੇ ਆ ਜੀ, ਮਹਿਮਾਨੀ ਮਹਿਮਾਨ ਮਜਲਸ ਆਇਆ। ਦੂਜੀ ਗੱਲ, ਉਹ ਇਸ ਜਗਤ ਵਿੱਚ ਇਹਨੂੰ ਇੱਕ ਮਜਲਸ ਸਮਝਦੇ ਆ। ਮਜਲਸ ਤੋਂ ਭਾਵ ਕੀ ਹੈ? ਇਕੱਠ, ਸਭਾ। ਉਹ ਆਪਣੇ ਆਪ ਨੂੰ ਮਹਿਮਾਨ ਸਮਝਦੇ ਆ ਵੀ ਅਸੀਂ ਮਹਿਮਾਨ ਹਾਂ, ਕੁਝ ਦਿਨਾਂ ਦੇ ਪ੍ਰਾਹੁਣੇ ਆ। ਕੋਈ 60 ਸਾਲ ਪ੍ਰਾਹੁਣਾ ਬਣ ਕੇ ਰਹਿੰਦਾ ਇੱਥੇ, 60 ਸਾਲ ਬਾਅਦ ਚਲਿਆ ਜਾਂਦਾ। ਕੋਈ 80 ਸਾਲ, ਕੋਈ 70 ਸਾਲ, ਕੋਈ 50, ਕੋਈ ਪ੍ਰਾਹੁਣਾ ਉਸ ਤੋਂ ਵੀ ਛੇਤੀ ਚਲਿਆ ਜਾਂਦਾ ਹੈ। ਦੁਨੀਆ ਵਿੱਚ ਪ੍ਰਾਹੁਣਾ ਦਾਵਾ ਛੱਡ ਰਹੇ ਲਾ ਦਾਵੇ। ਉਹ ਆਪਣੇ ਆਪ ਨੂੰ ਪ੍ਰਾਹੁਣਾ ਸਮਝਦਾ ਵਾ, ਉਹ ਕਿਸੇ ਚੀਜ਼ ਤੇ ਦਾਵਾ ਨਹੀਂ ਕਰਦਾ। ਪ੍ਰਾਹੁਣਾ ਕਿਸੇ ਦੇ ਘਰ ਵਿੱਚ ਚਲਿਆ ਜਾਏ ਜਾਂ ਆਪਾਂ ਹੀ ਪ੍ਰਾਹੁਣੇ ਬਣ ਕੇ ਜਾਈਏ, ਬੇਸ਼ੱਕ ਸਾਨੂੰ ਕਮਰਾ ਦਿੱਤਾ ਜਾਂਦਾ ਹੈ ਰਿਸ਼ਤੇਦਾਰਾਂ ਵੱਲੋਂ, ਉਸ ਕਮਰੇ ਤੇ ਦਾਵਾ ਕਰਦੇ ਹਾਂ ਆਪਾਂ। ਉੱਥੇ ਹੋਰ ਵੀ ਬੜੀਆਂ ਕੀਮਤੀ ਚੀਜ਼ਾਂ ਪਈਆਂ ਹੁੰਦੀਆਂ ਨੇ, ਉਹਨਾਂ ਉੱਤੇ ਦਾਵਾ ਕਰਦੇ ਹਾਂ। ਦਾਵਾ ਕਰਨ ਦਾ ਕੋਈ ਲਾਭ ਹੀ ਨਹੀਂ ਹੈ। ਪਤਾ ਹੈ ਕਿ ਮੈਂ ਇੱਕ ਰਾਤ ਵਾਸਤੇ ਇਸ ਘਰ ਵਿੱਚ ਆਇਆ ਵਾਂ, ਇਹਦੇ ਉੱਤੇ ਮੇਰਾ ਕਿਸੇ ਚੀਜ਼ ਉੱਤੇ ਦਾਵਾ ਨਹੀਂ। ਪ੍ਰਾਹੁਣੇ ਦੀ ਇਹ ਨਿਸ਼ਾਨੀ। ਪ੍ਰਾਹੁਣਾ ਇੱਥੇ ਜਿਹੜਾ ਇਸ ਗੱਲ ਨੂੰ ਸਮਝ ਜਾਂਦਾ ਹੈ, ਉਹ ਕਿਸੇ ਪਦਾਰਥ ਉੱਤੇ ਦਾਵਾ ਨਹੀਂ ਕਰਦਾ। ਕੋਈ ਪਦਵੀ ਮਿਲੇ ਉਹਦੇ ਉੱਤੇ ਵੀ ਦਾਵਾ। ਇੱਥੇ ਤੇ ਬੰਦਾ ਹੁਣ ਕਹਿੰਦਾ ਪਦਵੀ ਮੈਨੂੰ ਮਿਲ ਗਈ ਹੈ, ਹੁਣ ਤੇ ਇਹ ਮੇਰੇ ਕਬਜ਼ੇ ਵਿੱਚ ਹੀ ਰਹੇਗੀ, ਮੈਂ ਤੇ ਇਸ ਪਦਵੀ ਨੂੰ ਜਿਉਂਦਿਆਂ ਜੀ ਛੱਡਣਾ ਨਹੀਂ। ਭਾਵੇਂ ਧਾਰਮਿਕ ਆਉਂਦਾ ਤੇ ਭਾਵੇਂ ਰਾਜਨੀਤਿਕ ਆਉਂਦਾ, ਮਰੇ ਨੂੰ ਲਾਇਆ ਜਾਂਦਾ ਹੈ। ਤੇ ਉਸ ਪਦਵੀ ਉੱਤੇ ਰਹਿਣ ਵਾਸਤੇ ਬੰਦਾ ਕਿੰਨੇ ਫਰੇਬ, ਛਲ, ਵੱਲ, ਝੂਠ, ਠੱਗੀਆਂ, ਕਿੰਨਿਆਂ ਨਿਰਦੋਸ਼ ਤੇ ਸੱਚ ਦੇ ਮਾਰਗ ਤੇ ਤੁਰਨ ਵਾਲਿਆਂ ਬੰਦਿਆਂ ਦਾ ਘਾਣ ਕਰਦਾ ਹੈ, ਕਿਵੇਂ ਕੁਚਲਦਾ ਹੈ ਉਹ ਆਪਣੀ ਕੁਟਲ ਰਾਜਨੀਤੀ ਦੇ ਨਾਲ। ਇਹ ਤੁਸੀਂ ਰਾਜਨੀਤਿਕ ਇਤਿਹਾਸ ਨੂੰ ਵੀ ਪੜ੍ਹਿਆ ਹੋਣਾ, ਤੇ ਧਾਰਮਿਕ ਬੰਦੇ ਵੀ ਅੱਜ ਘੱਟ ਨਹੀਂ। ਤੇ ਗੁਰਮੁਖੋ ਉਹ ਦਾਅਵੇ ਰੱਖ ਕੇ ਜੀਵਨ ਜਿਉਣ ਵਾਲੇ ਬੰਦੇ ਨੇ, ਪਰ ਇੱਥੇ ਕਿਸੇ ਪ੍ਰਕਾਰ ਦਾ ਦਾਅਵਾ ਨਹੀਂ। ਇੱਥੇ ਤੇ ਅਗਰ ਕੋਈ ਪਦਵੀ ਨਵਾਬੀ ਵਰਗੀ ਵੀ ਮਿਲਦੀ ਆ ਨਾ, ਨਵਾਬ ਕਪੂਰ ਸਿੰਘ ਜੀ ਕਹਿੰਦੇ ਆ, ਜੇ ਮੈਨੂੰ ਸਿੱਖੋ ਨਵਾਬੀ ਦੇਣੀ ਆ, ਪੰਜਾਂ ਪਿਆਰਿਆਂ ਦੇ ਚਰਨਾਂ ਨਾਲ ਛੁਹਾ ਕੇ ਦਿੱਤੀ ਜਾਏ, ਤੇ ਆ ਪੱਖਾ ਝੱਲਣ ਦੀ ਸੇਵਾ ਤੇ ਘੋੜਿਆਂ ਦੀ ਲਿੱਦ ਸੁੱਟਣ ਦੀ ਸੇਵਾ, ਇਹ ਨਾ ਮੇਰੇ ਕੋ ਖੋਈ ਜਾਏ। ਆਏ ਗੁਰਮੁਖਤਾਈ ਵਾਲਾ ਜੀਵਨ। ਇੱਥੇ ਤੇ ਜਿਹੜਾ ਨਵਾਬ ਬਣ ਜਾਂਦਾ, ਉਹ ਕਹਿੰਦਾ ਹੁਣ ਤੇ ਸਾਰੇ ਸਿੱਖ ਮੇਰੇ ਕਦਮਾਂ ਵਿੱਚ ਝੁਕਣ। ਪ੍ਰਧਾਨ ਵੀ ਚਾਹੁੰਦਾ ਕਿ ਗ੍ਰੰਥੀ ਮੇਰੇ ਪੈਰੀਂ ਹੱਥ ਲਾਏ, ਸੇਵਾਦਾਰ ਮੇਰੇ ਪੈਰੀਂ ਹੱਥ ਲਾਏ, ਮੈਨੂੰ ਨਮਸਕਾਰ ਕਰੇ। ਅੱਜ ਆ ਤੇ ਹਾਲ ਹੈ ਬੰਦੇ ਦਾ। ਤੇ ਕਹਿੰਦੇ ਆ ਜੀ, ਉਹ ਕਿਸੇ ਪ੍ਰਕਾਰ ਦਾ ਦਾਵਾ ਨਹੀਂ ਰੱਖਦੇ। ਕਹਿੰਦੇ ਮਹਿਮਾਨੀ ਮਹਿਮਾਨ ਮਜਲਸ ਆਇਆ, ਖਾਵਾਲੇ ਸੋ ਖਾਣ ਪੀਏ ਪਿਆਇਆ। ਜੋ ਉਹਦੇ ਘਰ ਵਿੱਚ ਆਉਂਦਾ ਹੈ ਖਾਣ ਨੂੰ ਉਹ ਖਾਂਦਾ ਹੈ। ਭਾਵ ਠੱਗੀ, ਬੇਈਮਾਨੀ ਜਾਂ ਬਹੁਤ ਸਾਰੇ ਸਵਾਦਲੇ ਪਦਾਰਥਾਂ ਦੀ ਤਮੰਨਾ ਰੱਖ ਕੇ ਉਹ ਹੱਕ ਕਿਸੇ ਦਾ ਮਾਰ ਕੇ ਨਹੀਂ ਘਰ ਵਿੱਚ ਲਿਆਉਂਦਾ। ਇਹ ਜਿਹੜੀ ਪੰਕਤੀ ਦੀ ਵਿਆਖਿਆ ਬਾਬਾ ਫਰੀਦ ਸਾਹਿਬ ਜੀ ਕਰਦੇ ਆ, ਫਰੀਦਾ ਰੁੱਖੀ ਸੁੱਕੀ ਖਾਈ ਕੇ ਠੰਡਾ ਪਾਣੀ ਪੀਓ, ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਕਹਿੰਦੇ ਨੇ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ, ਜਿੰਨਾ ਖਾਦੀ ਚੋਪੜੀ ਘਣੇ ਸਹਿਣਗੇ ਦੁੱਖ। ਕਾਠ ਤੋਂ ਭਾਵ ਹੈ ਕਿ ਹੱਕ ਹਲਾਲ ਮਿਹਨਤ ਦੀ ਕਮਾਈ ਦੇ ਵਿੱਚੋਂ ਜੋ ਰੁੱਖੀ ਸੁੱਖੀ ਮੈਨੂੰ ਰੋਟੀ ਮਿਲਦੀ ਹੈ, ਉਹ ਮੈਨੂੰ ਅੰਦਰੋਂ ਬਾਹਰੋਂ ਤ੍ਰਿਪਤ ਕਰਦੀ ਹੈ। ਪਰ ਜਿਨ੍ਹਾਂ ਨੇ ਰਸ ਕਸ ਸਵਾਦ ਰੱਖ ਕੇ ਜ਼ਬਾਨ ਦਾ ਵਧੀਆ ਪਦਾਰਥ ਹੋਣੇ ਚਾਹੀਦੇ ਨੇ, ਪਰ ਜੇਬ ਦੇ ਵਿੱਚ ਕਮਾਈ ਦਾ ਸਾਧਨ ਉਹਨਾਂ ਨਹੀਂ ਸੀ, ਫਿਰ ਹਾਲੀਆਂ, ਠੱਗੀਆਂ, ਬੇਈਮਾਨੀਆਂ ਕੀਤੀਆਂ, ਉਹਨਾਂ ਨੂੰ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤੇ ਇਹ ਜੀਵਨ ਹੈ ਜੀ, ਖਵਾਲੇ ਸੋ ਖਾਣ ਪੀਏ ਪਿਆਇਆ। ਪੀਂਦਾ ਵੀ ਮਰਿਆਦਾ ਵਿੱਚ, ਖਾਂਦਾ ਵੀ ਮਰਿਆਦਾ ਦੇ ਵਿੱਚ। ਅੱਗੇ ਕਹਿੰਦੇ ਕਰੇ ਨਾ ਗਰਭ ਗੁਮਾਨ ਹੱਸੇ ਹਸਾਇਆ। ਕਹਿੰਦੇ ਆਪਣਾ ਗਰਭ ਤੇ ਗੁਮਾਨ ਨਹੀਂ ਕਰਦਾ। ਜਿੰਨਾ ਕੋਈ ਹਸਾਵੇ ਉਹਨਾਂ ਹੱਸਦਾ ਹੈ। ਉਹਦਾ ਹੱਸਣਾ ਵੀ ਮਰਿਆਦਾ ਵਿੱਚ, ਜਿਹਨੂੰ ਕਹਿੰਦੇ ਰੋਣਾ ਵੀ ਮਰਿਆਦਾ ਵਿੱਚ। ਰੰਗ ਹੱਸੇ ਰੰਗ ਰੋਵੇ, ਚੁੱਪ ਪੀ ਕਰ ਜਾਏ। ਆਮ ਬੰਦਾ ਕਿਸੇ ਨੂੰ ਬੇਇੱਜ਼ਤ ਕਰਕੇ ਵੀ ਹੱਸਦਾ ਹੈ, ਕਿਸੇ ਦਾ ਮੌਜੂ ਉਡਾ ਕੇ, ਕਿਸੇ ਨੂੰ ਮਖੌਲ ਕਰਕੇ,
ਚਾਰ ਬੰਦਿਆਂ ਵਿੱਚ ਐਸੀ ਭੱਦੀ ਮਜ਼ਾਕ ਕਰਨੀ, ਉਹ ਬੰਦੇ ਦਾ ਵਿਚਾਰਾ ਰੋਣ ਹਾਕਾ ਮੂੰਹ ਹੋ ਜਾਂਦਾ, ਇਹ ਚਾਰਾਂ ਨੂੰ ਹਸਾਉਂਦਾ ਹੈ। ਇਹ ਹੱਸਣਾ ਪਾਪ ਦਾ ਭਾਗੀ ਬਣਦਾ ਹੈ। ਤੇ ਆਮ ਬੰਦਾ ਰੋਂਦਾ ਵੀ ਦੁਨਿਆਵੀ ਪਦਾਰਥਾਂ ਦੇ ਖਾਤਰ, ਇੱਥੇ ਗੁਰਮੁਖ ਦੁਨਿਆਵੀ ਪਦਾਰਥਾਂ ਦੇ ਖਾਤਰ ਨਹੀਂ ਰੋਂਦਾ, ਉਹ ਰੋਂਦਾ ਹੈ ਰੱਬ ਜੀ ਦੀ ਵਿਛੋੜੇ ਦੀ ਯਾਦ ਨੂੰ ਚੇਤੇ ਕਰਕੇ। ਇਸੇ ਕਰਕੇ ਕਹਿੰਦੇ ਰੰਗ ਹੱਸੇ ਰੰਗ ਰੋਵੇ। ਰੰਗ ਦਾ ਅਰਥ ਹੈ ਉਹ ਪ੍ਰੇਮ ਵਿੱਚ ਹੱਸਦਾ ਹੈ, ਉਹਦੇ ਹਾਸੇ ਵਿੱਚ ਕਿਸੇ ਦਾ ਸਿਰ ਨੀਵਾਂ ਨਹੀਂ ਹੁੰਦਾ, ਉਹਦੇ ਹਾਸੇ ਵਿੱਚ ਕਿਸੇ ਦੀ ਬੇਇੱਜ਼ਤੀ ਜਾਂ ਕਿਸੇ ਨਾਲ ਠੱਠਾ ਮਖੌਲ ਕਰਕੇ ਨੀਵਾਂ ਦਿਖਾਉਣ ਦੀ ਭਾਵਨਾ ਨਹੀਂ ਹੁੰਦੀ। ਉਹਦਾ ਹਾਸਾ ਕੁਦਰਤੀ ਹੁੰਦਾ ਹੈ, ਉਹਦਾ ਹਾਸਾ ਮਰਿਆਦਾ ਵਾਲਾ ਹੁੰਦਾ ਹੈ। ਕਈ ਵਾਰੀ ਆਪਾਂ ਕਹਿ ਦਿੰਦੇ ਆ ਨਾ, ਜਦੋਂ ਮਰਿਆਦਾ ਵਿੱਚ ਬੰਦਾ ਨਹੀਂ ਹੱਸਦਾ, ਕੀ ਪਾਗਲਾਂ ਤਰ੍ਹਾਂ ਹੱਸੀ ਜਾਂਦਾ, ਏਦਾਂ ਹੱਸੀਦਾ, ਇਹਦਾ ਮਤਲਬ ਮਰਿਆਦਾ ਨਹੀਂ ਉਹਦੇ ਬੰਦੇ ਵਿੱਚ, ਜੀਵਨ ਦੇ ਵਿੱਚ। ਉਹ ਰੰਗ ਹੱਸੇ ਰੰਗ ਰੋਵੇ, ਪ੍ਰੇਮ ਦੇ ਵਿੱਚ ਹੱਸਦਾ ਹੈ, ਪ੍ਰੇਮ ਦੇ ਵਿੱਚ ਰੋਂਦਾ ਹੈ। ਤੇ ਇੱਥੇ ਕਹਿੰਦੇ ਆ ਜੀ, ਹੱਸੈ ਹਸਾਇਆ ਪਾਹੁਣਾ ਪਰਮਾਣ ਕਾਜ ਸੁਹਾਇਆ। ਤੇ ਕਹਿੰਦੇ ਨੇ ਪ੍ਰਾਹੁਣਾ ਉਹ ਪ੍ਰਮਾਣਿਕ ਹੁੰਦਾ ਹੈ ਜੋ ਚੰਗੇ ਕੰਮ ਕਰਦਾ ਹੈ। ਹੁਣ ਕਿਸੇ ਘਰ ਦੇ ਵਿੱਚ ਬੰਦਾ ਉੱਥੇ ਬੜੇ ਚੰਗੇ ਤਰੀਕੇ ਨਾਲ, ਬੜਾ ਮਰਿਆਦਾ ਵਿੱਚ ਖਾਂਦਾ ਹੈ, ਮਰਿਆਦਾ ਵਿੱਚ ਬੋਲਦਾ ਹੈ, ਰਹਿ ਕੇ ਆਵੇ ਤੇ ਪਿੱਛੋਂ ਤਾਰੀਫ ਹੁੰਦੀ ਹੈ ਵੀ ਤੁਹਾਡਾ ਬੱਚਾ ਆਇਆ ਸੀ, ਬਹੁਤ ਸੋਹਣੀ ਬੋਲ ਬਾਣੀ, ਬਹੁਤ ਸੋਹਣਾ ਰਹਿਣ ਸਹਿਣ, 4-5 ਦਿਨ ਸਾਡੇ ਕੋਲ ਰਿਹਾ ਹੈ, ਕੰਨ ਵਿੱਚ ਪਾਇਆ ਨਹੀਂ ਦੁੱਖ ਦਾ, ਪਤਾ ਹੀ ਨਹੀਂ ਵੀ ਸਾਨੂੰ ਉਹ ਇੱਥੇ ਆਇਆ ਕਿ ਨਹੀਂ ਆਇਆ। ਇਹਨਾਂ ਮਰਿਆਦਾ ਦੇ ਵਿੱਚ ਉਹ ਰਹਿਣ ਸਹਿਣ ਉਹਦਾ। ਪਰ ਜੇ ਸ਼ਰਾਬੀ ਕਬਾਬੀ ਆ ਜਾਏ, ਪਹਿਲਾਂ ਹੀ ਘਰ ਪਰਿਵਾਰ ਵਾਲਿਆਂ ਨੂੰ ਖਤਰਾ ਪੈ ਜਾਂਦਾ, ਸਾਡਾ ਜਵਾਈ ਹਰ ਇੱਕ ਵਿਆਹ ਤੇ ਖਰੂਦ ਪਾਉਣ ਵਾਲਾ ਹੈ, ਧੀਏ ਗੁੱਸਾ ਨਾ ਕਰੀ, ਜੇ ਕੱਲੀ ਆ ਸਕਦੀ ਤੇ ਕੱਲੀ ਆ ਜੀ, ਉਹਨੂੰ ਰਹਿਣ ਨਹੀਂ ਦਈ। ਐਵੇਂ ਖੁਸ਼ੀ 'ਚ ਉਹ ਭੰਗ ਪਾਏਗਾ, ਵਿਆਹ ਸ਼ਾਦੀ ਦੀ ਖੁਸ਼ੀ ਦੇ ਵਿੱਚ ਐਵੇਂ ਲੜਾਈ ਝਗੜਾ ਕਰੇਗਾ, ਉਸ ਬੰਦੇ ਨੂੰ ਪਸੰਦ ਨਹੀਂ ਕੀਤਾ ਜਾਂਦਾ। ਜੇ ਆ ਕੇ ਉਹ ਸ਼ਰਾਬੀ ਖਰਾਬੀ ਕਰ ਵੀ ਜਾਏ, ਲਾਮਾ ਲੈ ਕੇ ਜਾਂਦਾ ਹੈ, ਕੋਈ ਚੰਗਾ ਪ੍ਰਾਹੁਣਾ ਨਹੀਂ ਮੰਨਿਆ ਜਾਂਦਾ। ਇਸ ਮਜਲਸ, ਇਸ ਜਗਤ ਵਿੱਚ ਆ ਕੇ ਬੰਦਾ ਵਿਸ਼ੇ ਵਿਕਾਰੀ, ਮਾਇਆ ਦੀ ਸ਼ਰਾਬ ਪੀ ਕੇ, ਮਾਇਆ ਦੇ ਮੋਹ ਵਿਸ਼ੇ ਵਿਕਾਰਾਂ ਦੇ ਨਸ਼ੇ ਵਿੱਚ ਚੂਰ ਹੋ ਕੇ ਊੜ ਜਲੂਲ ਬੋਲਦਾ ਹੈ, ਮੰਦੇ ਚੰਗੇ ਕਰਮ ਕਰਦਾ ਹੈ, ਤੇ ਐਸਾ ਪ੍ਰਾਹੁਣਾ ਵੀ ਸ਼ੋਭਦਾ ਨਹੀਂ। ਉਹ ਵੀ ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬੰਨ, ਮੁਖ ਉਜਲਾ ਲੈ ਕੇ ਨਹੀਂ ਜਾਂਦਾ, ਦਾਗ ਦੋਸ਼ ਮੋ ਚੱਲਿਆ ਜਾਏ, ਦਰਗਾਹ ਬੈਸਣ ਨਹੀਂ ਜਾਏ। ਇੱਥੇ ਅੱਗੇ ਕਹਿੰਦੇ ਆ ਭਾਈ ਸਾਹਿਬ ਜੀ ਵੀ ਮਜਲਸ ਕਰ ਹੈਰਾਨ ਉੱਠ ਸਿਧਾਇਆ। ਜਿਹੜਾ ਮਰਿਆਦਾ ਦੇ ਵਿੱਚ ਰਹਿਣ ਵਾਲਾ ਪ੍ਰਾਹੁਣਾ, ਗੱਲ ਗੁਰਮੁਖ ਦੀ ਹੋ ਰਹੀ ਹੈ ਵੀ ਸੰਸਾਰ ਨੂੰ ਮਜਲਸ ਇੱਕ ਇਕੱਠ ਮਹਿਮਾਨੀ ਸ਼ਰਾਂ ਸਮਝਦਾ ਹੈ, ਤੇ ਇਹਦੇ ਵਿੱਚ ਉਹ ਮਰਿਆਦਾ ਨਾਲ ਬੋਲਦਾ ਹੈ, ਮਰਿਆਦਾ ਨਾਲ ਖਾਂਦਾ ਪੀਂਦਾ ਹੈ, ਮਰਿਆਦਾ ਨਾਲ ਉਹਦਾ ਰਹਿਣਾ ਸਹਿਣਾ, ਉਹਦੇ ਚੰਗੇ ਕਰਮ ਨੇ। ਉਹ ਜਦੋਂ ਜ਼ਿੰਦਗੀ ਐਸੀ ਢੰਗ ਨਾਲ ਜਿਉਂ ਕੇ ਜਾਂਦਾ ਹੈ ਨਾ, ਉਹਦੇ ਜਾਣ ਤੋਂ ਬਾਅਦ ਕੋਈ ਚੰਗਾ ਬੰਦਾ ਮਹਿਫਲ ਵਿੱਚੋਂ ਉੱਠ ਕੇ ਜਾਏ ਤੇ ਮਹਿਫਲ ਉਦਾਸ ਹੋ ਜਾਂਦੀ, ਯਾਰ ਕਿਉਂ ਜਾ ਰਿਹਾ, ਤੈਨੂੰ ਗੱਲਾਂ ਬੜੀਆਂ ਚੰਗੀਆਂ ਲੱਗ ਰਹੀਆਂ ਨੇ, ਤੇਰਾ ਇੱਥੇ ਤੂੰ ਇੱਥੇ ਬੈਠਾ ਤੇ ਬੜਾ ਸੋਹਣਾ ਲੱਗ ਰਿਹਾ, ਹੁਣ ਸਾਨੂੰ ਛੱਡ ਕੇ ਤੂੰ ਜਾ ਰਿਹਾ, ਉਦਾਸ ਹੋ ਜਾਂਦੇ ਬੰਦੇ। ਚੰਗਾ ਬੰਦਾ ਉਸ ਭਰੀ ਮਹਿਫਲ ਦੇ ਵਿੱਚੋਂ, ਜਿਹਨੇ ਸਾਰਿਆਂ ਨੂੰ ਆਪਣੀਆਂ ਗੱਲਾਂ ਵਿੱਚ ਪਰਚਾਇਆ ਹੋਇਆ ਸੀ, ਉੱਠ ਕੇ ਜਾਏ ਨਾ, ਸਾਥੀ ਨਾਰਾਜ਼ ਹੋ ਜਾਂਦੇ ਆ, ਸਾਥੀ ਉਦਾਸ ਹੋ ਜਾਂਦੇ ਆ। ਐਵੇਂ ਚੰਗੀ ਜ਼ਿੰਦਗੀ ਜਿਉਂ ਕੇ ਚੰਗੇ ਕਰਮ ਕਰਕੇ ਜਦੋਂ ਇਸ ਸੰਸਾਰ ਨੂੰ ਛੱਡ ਕੇ ਜਾਂਦਾ ਨਾ, ਕਿ ਸੰਸਾਰ ਪਿੱਛੇ ਉਦਾਸ ਹੁੰਦਾ, ਐਸਾ ਬੰਦਾ ਕਿਉਂ ਚਲਿਆ ਗਿਆ। ਇੱਕ ਅਦੀਬ ਦੇ ਬੜੇ ਪਿਆਰੇ ਬੋਲ ਨੇ, ਕਹਿੰਦੇ ਜਬ ਹਮ ਆਏ ਜਗਤ ਮੇ ਜਗ ਹਸਾ ਹਮ ਰੋਏ। ਜਦੋਂ ਬੱਚਾ ਪੈਦਾ ਹੁੰਦਾ, ਬੱਚਾ ਤੇ ਰੋਂਦਾ ਹੈ, ਪਰਿਵਾਰ ਸਾਰਾ ਖੁਸ਼ੀਆਂ ਮਨਾ ਰਿਹਾ ਹੁੰਦਾ ਹੈ, ਲੱਡੂ ਵੰਡ ਰਿਹਾ ਹੁੰਦਾ ਵੀ ਸਾਡੇ ਘਰ ਪੁੱਤਰ ਆਇਆ, ਸਾਡੇ ਘਰ ਧੀ ਆਈ, ਹੱਸਦੇ ਨੇ, ਵਧਾਈਆਂ ਦਿੰਦੇ ਨੇ, ਪਰ ਬੱਚਾ ਰੋ ਰਿਹਾ ਹੁੰਦਾ। ਕਹਿੰਦੇ ਜਬ ਹਮ ਆਏ ਜਗਤ ਮੇ ਜਗ ਹਸਾ ਹਮ ਰੋਏ। ਕਹਿੰਦੇ ਐਸੀ ਕਰਨੀ ਕਰ ਚਲੇ ਹਮ ਹਸੇ ਜਗ ਰੋਏ। ਅਸੀਂ ਹੱਸ ਕੇ ਜਾ ਰਹੇ ਹਾਂ, ਐਸੀ ਕਰਤੂਤ ਐਸੀ ਕਰਨੀ ਕਰਕੇ ਜਾ ਰਹੇ ਹਾਂ ਵੀ ਹੁਣ ਜਗਤ ਤੇ ਰੋ ਰਿਹਾ ਵੀ ਵਿਛੋੜਾ, ਵੀ ਐਸਾ ਬੰਦਾ ਕਿਉਂ ਚਲਿਆ ਗਿਆ, ਨਹੀਂ ਸੀ ਜਾਣਾ ਚਾਹੀਦਾ। ਤੇ ਕਹਿੰਦੇ ਨੇ ਅਸੀਂ ਹੁਣ ਬਿਲਕੁਲ ਆਨੰਦ ਨਾਲ ਜ਼ਿੰਦਗੀ ਵਿੱਚੋਂ, ਜਿੱਦਣ ਬਾਬਾ ਬੁੱਢਾ ਸਾਹਿਬ ਜੀ ਆਪਣਾ ਪਵਿੱਤਰ ਚੋਲਾ ਛੱਡਦੇ ਆ, ਗੁਰੂ ਹਰਗੋਬਿੰਦ ਮਹਾਰਾਜ ਜੀ ਦੀਆਂ ਅੱਖਾਂ ਵਿੱਚੋਂ ਵੀ ਅਥਰੂ ਡਿੱਗ ਪੈਂਦੇ ਸਨ। ਸੰਗਤਾਂ ਦਾ ਕੀ ਹਾਲ ਹੋਇਆ ਹੋਵੇਗਾ। ਜਿਸ ਪਿਆਰੇ ਬਜ਼ੁਰਗ ਦੀ ਬੜਾ ਸਾਡਾ ਬੋੜ ਸੀ ਉਹ ਬਾਬਾ ਬੁੱਢਾ,
ਉਹਨੇ ਕੁਰਬਾਨੀ ਦਾ ਯੁੱਗ ਵੀ ਵੇਖਿਆ ਤੇ ਉਹਨੇ ਗੁਰਬਾਣੀ ਦਾ ਯੁੱਗ ਵੀ ਵੇਖਿਆ। ਉਹ ਐਸਾ ਬਾਬਾ, ਇੱਕ ਇਤਿਹਾਸ ਦਾ ਬਹੁਤ ਵੱਡਾ ਗ੍ਰੰਥ ਸੀ ਬਾਬਾ ਬੁੱਢਾ। ਉਹ ਚਲਿਆ ਗਿਆ, ਉਹਦੀ ਛਾਂ ਕਈਆਂ ਸਿੱਖਾਂ ਨੇ ਮਾਣੀ ਹੋਵੇਗੀ। ਜਦੋਂ ਗਿਆ ਹੋਏਗਾ, ਜੇ ਗੁਰੂ ਵਰਗਾ ਅੱਖਾਂ ਦੇ ਵਿੱਚੋਂ ਅਥਰੂ ਕੇਰ ਸਕਦਾ ਹੈ, ਆਮ ਸੰਗਤ ਦਾ ਕੀ ਹਾਲ ਹੁੰਦਾ ਹੋਏਗਾ। ਸੋ ਭਾਈ ਸਾਹਿਬ ਜੀ ਇੱਥੇ ਕਹਿ ਰਹੇ ਨੇ ਕਿ ਜਦੋਂ ਉਹ ਜਾਂਦਾ ਹੈ ਨਾ, ਪਿੱਛੇ ਮਜਲਿਸ ਨੂੰ ਹੈਰਾਨ ਤੇ ਵੈਰਾਗ ਦੇ ਵਿੱਚ ਛੱਡ ਜਾਂਦਾ, ਕਿਉਂਕਿ ਚੰਗੀ ਕਰਨੀ ਕਰਕੇ ਗਿਆ ਹੈ। ਸੋ ਬਹੁਤ ਭਾਵਪੂਰਤ ਪੌੜੀ ਸੀ। ਗੁਰੂ ਜੀ ਨੇ ਆਪਣੀ ਮੱਤ ਦੇ ਕੇ ਵਿਆਖਿਆ ਕਰਾਈ ਹੈ। ਐਸਾ ਜੀਵਨ ਉਹ ਜਿਉ ਸਕਦਾ ਜਿਹਦੇ ਕੋਲ ਗੁਰੂ ਦੀ ਮੱਤ, ਪਹਿਲੀ ਪੰਕਤੀ ਨੂੰ ਧਿਆਨ ਵਿੱਚ ਰੱਖਣਾ ਹੈ, ਜਿਹਦੇ ਕੋਲ ਗੁਰੂ ਦੀ ਮੱਤ ਨੇ, ਗੁਰਮੁਖ ਸੁਗੜ ਸੁਜਾਨ, ਐਸਾ ਜੀਵਨ ਉਹਦੀ ਜ਼ਿੰਦਗੀ ਦਾ ਹਿੱਸਾ ਹੁੰਦਾ ਹੈ, ਜਿਹਦੀ ਵਿਆਖਿਆ ਆਪਾਂ ਕੀਤੀ ਹੈ। ਮਰਿਆਦਾ ਵਿੱਚ ਉੱਠਣਾ, ਮਰਿਆਦਾ ਵਿੱਚ ਖਾਣਾ ਪੈਣਾ। ਉਹ ਭਰਮ ਨੂੰ ਧਰਮ ਸਮਝ ਕੇ ਨਹੀਂ ਕਮਾਉਂਦਾ। ਉਹ ਕਿਸੇ ਪਸ਼ੂ ਦੇ ਉਸ ਮਲ ਮੂਤਰ ਨੂੰ ਕੋਈ ਔਸ਼ਧੀ ਸਮਝ ਕੇ ਗ੍ਰਹਿਣ ਨਹੀਂ ਕਰਦਾ। ਬੜਾ ਸਿਆਣਾ ਹੈ, ਬੜਾ ਸੁਚੇਤ ਹੈ ਉਹ। ਐਸੇ ਕਰਮ ਕਰਕੇ ਸੰਸਾਰ ਦੇ ਵਿੱਚੋਂ ਜਾਂਦਾ ਹੈ। ਸੰਸਾਰ ਵਿੱਚ ਵੀ ਮੁਖ ਉਜਲਾ ਤੇ ਦਰਗਾਹ ਵਿੱਚ ਵੀ ਮੁਖ ਉਜਲਾ। ਜਿਹਨੂੰ ਕਿਹਾ ਗਿਆ ਜੰਨੀ ਨਾਮ ਧਿਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਭੁੱਲ ਗਲਤੀ ਦੀ ਖੇਮਾ ਜੀ, ਪਰਵਾਨੋਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰੂ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੇ ਨਾਨਕ ਆਨੰਦ ਹੁਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ।